मान साहब मेरे ख्याल ਨਾਲ ਮਹੀਨਾ ਵੀ ਨਹੀਂ ਰਹਿ ਗਿਆ ਦੀਵਾਲੀ ਨੂੰ। ਮਾਨ ਸਾਹਿਬ ਇਹਨਾਂ ਸੋਚਿਆ ਹੋਏਗਾ ਨਾ ਗਰੀਬਾਂ ਨੇ ਕਿ ਇਸ ਸਾਲ ਅਸੀਂ ਆਪਣੀ ਦੀਵਾਲੀ ਜਿਹੜੀ ਹੈਗੀ ਆਪਣੇ ਘਰਾਂ 'ਚ ਮਨਾਵਾਂਗੇ, ਰੌਸ਼ਨੀ 'ਚ ਮਨਾਵਾਂਗੇ। ਲੇਕਿਨ ਮਾਨ ਸਾਹਿਬ ਇਹ ਮਜਬੂਰ ਹੈ। ਮਾਨ ਸਾਹਿਬ ਜੇ ਇੱਕ ਨੋਟੀਫਿਕੇਸ਼ਨ ਨੂੰ ਮਹੀਨਾ ਲੱਗੇਗਾ ਤਾਂ ਮਾਨ ਸਾਹਿਬ ਹੋਰ ਵੱਡੇ ਕੰਮਾਂ ਨੂੰ ਪੰਜਾਬ ਦੀ ਡਿਵੈਲਪਮੈਂਟ ਲਈ, ਤਰੱਕੀ ਲਈ ਮਾਨ ਸਾਹਿਬ। ਔਰ ਮੈਂ ਬੜਾ ਖੁਸ਼ ਹੋਇਆ ਸੀਗਾ ਜਦੋਂ 1 ਮਹੀਨਾ ਪਹਿਲਾਂ ਸਾਡੇ ਆਦਰਨੀय ਰਿਸਪੈਕਟਡ ਸੀਐਮ ਭਗਵੰਤ ਮਾਨ ਸਾਹਿਬ ਨੇ ਇਹ ਐਲਾਨ ਕੀਤਾ कि मैं हुण पंजाब दे विच चाहे ऑथोराइज अनऑथोराइज कलोनियां वै उत्थे मैं बिजली मीटर खोलदा पिया वां। उत्थे हुण कोई भी बंदा जिहड़ा हैगा वै, खासकर मेरे पंजाब दा नौजवान मोमबत्ती ते दीवियां दी रोशनी दे विच उन्हां दा भविख खराब नहीं होएगा। लेकिन मान साहब अफसोस मान साहब जिहड़ा नोटिफिकेशन 24 घंटे 36 घंटे या एक हफ्ते च जारी होना चाहिए अज 1 महीने तो उत्ते हो चुके हैं। मान साहब कोई नोटिफिकेशन हाले तक नहीं आया। ਇਹਨਾਂ ਲੋਕਾਂ ਦੇ ਬੱਚੇ ਅੱਜ ਵੀ ਜਿਹੜੇ ਹੈਗੇ ਆ ਉਹ ਨੀਰਜ ਪੜ੍ਹਨ ਨੂੰ ਮਜਬੂਰ ਹੈਗੇ ਆ। ਤਾਂ ਸੋਚ ਕੇ ਦੇਖੋ ਉਹ ਜਿਹੜੇ ਮੋਮਬੱਤੀਆਂ ਦੀਵੇ ਦੀ ਰੋਸ਼ਨੀ ਪੜ੍ਹਦੇ ਪਏ ਆ ਉਹ ਭਵਿੱਖ ਕਿੱਥੇ ਜਾਏਗਾ, ਉਹ ਪੰਜਾਬ ਦਾ ਫਿਊਚਰ ਕਿੱਥੇ ਜਾਏਗਾ, ਕਿ ਉਹ ਆਉਣ ਵਾਲੇ ਟਾਈਮ ਡਾਕਟਰ ਇੰਜੀਨੀਅਰ ਅਫਸਰ ਬਣ ਪਾਣਗੇ। ਮਾਨ ਸਾਹਿਬ ਅੱਜ ਇਹ ਲੋਕ ਮਜਬੂਰ ਹੈ। ਮਾਨ ਸਾਹਿਬ ਅੱਜ ਇਹ ਮਸਲਾ सिर्फ लुधियाने का नहीं मान साहब, ये मसला पूरे पंजाब का है। मान साहब वो रेहड़ी चलाने वाला, वो ऑटो चलाने वाला, मान साहब वो गरीब फैक्ट्री च काम करने वाला, मान साहब वो घर दे विच झाड़ू पोचा मारन वाली, मान साहब ये हर उस आदमी का मसला है जिन्हों ने इस सरकार नूं वोटां पाई हैं। मान साहब ये मंगते की पे है गरीब। मान साहब इस संविधान दे विच जो उन्हां दा हक बनता पिया है पानी ते बिजली, वो बिजली मंगते पे है। मान साहब तुसीं कहा, तुसीं खुद कहा कि ये गरीब 25 गज 30 गज 40 गज वाले किहड़ा 600 यूनिट बाल लैणगे। तो मान साहब क्यों अज तुहाडे ऐलान करन तो बाद भी 1 महीने बाद भी मीटर इन्हां दे घरां दे विच क्यों नहीं लगदा पिया। मान साहब सत श्री अकाल। द सिटी हेडलाइंस के तमाम दर्शकों का मैं दमनजोत स्वागत करती हाँ। भगवंत मान वालों किया गया सी कि हर घर दे विच मीटर होएगा। पिछले महीने इसकी अनाउंसमेंट भी की गई सी, पर उस तो बाद भी कई घर इदां दे ने जिथे हजे तक मीटर जिहड़े आ नहीं लगे। तो अज साडे नाल सच्चा यादव जी मौजूद ने, उन्हां नाल भी गलबात कर लैंदे आ ते जान लैंदे आ की गल है, की मुद्दा है। सत श्री अकाल सर। सत श्री अकाल जी। मैडम अज जिहड़ा मुद्दा है ना, अज ये मुद्दा जिहड़ा हैगा वा ये मैं ये कहूँगा कोई जोश वाला मुद्दा नहीं, ये मुद्दा होश वाला वा। ये मुद्दा बड़ा संवेदनशील मुद्दा, ये मुद्दा मेरे पंजाब दे लोकां नाल जुड़िया मुद्दा, ये मुद्दा मेरे पंजाब दे नाल जुड़िया मुद्दा, ये मुद्दा ਲੱਖਾਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜਾ ਮੁੱਦਾ ਹੈ। ਇਹ ਮੁੱਦਾ ਲੱਖਾਂ ਕਰੋੜਾਂ ਯੁਵਾਵਾਂ ਦੇ ਆਉਣ ਵਾਲੇ ਭਵਿੱਖ ਨਾਲ ਜੁੜਿਆ ਮੁੱਦਾ ਹੈ। ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਸਾਡਾ ਹੱਕ ਬਣਦਾ ਹੈ ਪਾਣੀ ਤੇ ਬਿਜਲੀ। ਲੇਕਿਨ ਅੱਜ ਪੰਜਾਬ ਦੇ ਲੱਖਾਂ ਕਰੋੜਾਂ ਜਿਹੜੇ ਪਰਿਵਾਰ ਹੈਗੇ ਆ ਉਹ ਮੋਮਬੱਤੀ ਤੇ ਦੀਵੇ ਦੇ ਹੇਠ ਜ਼ਿੰਦਗੀ ਗੁਜ਼ਾਰਨ ਤੇ ਮਜਬੂਰ ਹੈ। ਜਾਣਦੇ ਹੋ ਕਿਉਂ? ਮੈਂ ਇਸ ਲਈ ਨਹੀਂ ਕਿ ਉਹਨਾਂ ਦਾ ਮਕਾਨ ਆਪਣਾ ਨਹੀਂ ਹੈਗਾ। ਉਹਨਾਂ ਗਰੀਬਾਂ ਨੇ 3-3 4-4 ਲੱਖ ਰੁਪਈਆ ਆਪਣੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਜੋੜ ਕੇ ਕੱਟ ਕੇ ਪੇੜ ਕੱਟ ਕੇ ਜਿਹੜੇ ਪੈਸੇ ਇਕੱਠੇ ਕੀਤੇ, ਉਹਨਾਂ ਨੇ ਉਹਦੇ ਨਾਲ ਆਪਣਾ ਇੱਕ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਹਰ ਇੱਕ ਆਦਮੀ ਦਾ ਇੱਕ ਸੁਪਨਾ ਹੁੰਦਾ ਕਿ ਮੇਰਾ ਆਪਣਾ ਮਕਾਨ ਹੋਵੇ, ਮੇਰੇ ਸਿਰ ਤੇ ਛੱਤ ਹੋਵੇ, ਮੇਰੇ ਸਿਰ ਤੇ ਆਸਰਾ ਹੋਵੇ। ਤਾਂ ਇਹਨਾਂ ਨੇ ਉਹ ਲੋਕ ਹੈਗੇ ਆ, ਉਹ ਗਰੀਬ ਲੋਕ ਹੈ, ਕੋਈ ਫੈਕਟਰੀ 'ਚ ਕੰਮ ਕਰਦਾ ਵਾ, ਕੋਈ ਕਿਸੇ ਦੇ ਘਰ ਝਾੜੂ ਪੋਚਾ ਲਗਾਉਂਦਾ ਵਾ, ਕੋਈ ਕਿਸੇ ਦੀ ਦੁਕਾਨ 'ਚ ਕੰਮ ਕਰਦਾ, ਕੋਈ ਮਤਲਬ ਹਾਲਾਤ ਜਿਹੜੇ ਉਹ ਲੋਕ ਹੈਗੇ ਆ। ਸੋ ਉਹਨਾਂ ਲੋਕਾਂ ਨੇ ਆਪਣਾ ਜਿਹੜਾ ਸੁਪਨਾ ਪੂਰਾ ਕਰਨ ਵਾਸਤੇ ਕਿਤੋਂ ਬੈਂਕਾਂ ਤੋਂ ਪੈਸੇ ਲੈ ਕੇ ਤੇ ਵਿਆਜ ਤੋਂ ਪੈਸੇ ਲੈ ਕੇ ਉਹਨਾਂ ਨੇ ਇੱਕ 25 ਗਜ 30 ਗਜ 40 ਗਜ ਤੱਕ ਦਾ ਇੱਕ ਮਕਾਨ, ਇੱਕ ਛੱਤ ਰਜਿਸਟਰੀ ਕਰਵਾ ਕੇ ਉਹਨਾਂ ਨੇ ਉਹ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਰਜਿਸਟਰੀਆਂ ਹੁੰਦੀਆਂ ਪਈਆਂ, ਮਜ਼ੇਦਾਰ ਗੱਲ ਹੈਗਾ ਵਾ, ਜਾਂ ਤਾਂ ਤਹਿਸੀਲਾਂ ਬੰਦ ਕਰ ਦੇਣੀਆਂ ਚਾਹੀਦੀਆਂ ਵਾ। ਦੇਖੋ ਗੰਗਾ ਜਿੱਥੋਂ ਗੰਗੋਤਰੀ ਤੋਂ ਨਿਕਲਦੀ ਹੈ ਜਾਂ ਤਾਂ ਉੱਥੋਂ ਹੀ ਬੰਦ ਕਰ ਦੇਣਾ ਚਾਹੀਦਾ ਵਾ, ਹੈ ਨਾ। ਆਪਾਂ ਇਹੀ ਕਹਿੰਦੇ ਹੁੰਦੇ ਨਾ ਤਾਂ ਪਾਣੀ ਆਵੇ ਹੀ ਨਾ। ਲੇਕਿਨ ਕਸੂਰ ਗਾਜ ਹਮੇਸ਼ਾ ਆਮ ਆਦਮੀ ਤੇ ਪਬਲਿਕ ਤੇ ਹੀ ਗਿਰਦੀ ਹੈ। मैं वही तो कहना चाहना, एक गाना सी बड़ा सोहना, वो कहते अमीरों की शान गरीबों के नाम। मैं कहना अज तो सरकारां दी शान इन्हां गरीबां दे नाम। हालात इन्हां गरीबां दे सोचण वाले है। अज ये गरीब 3-3 4-4 5-5 ਲੱਖ रुपया लगा के भी, रजिस्ट्रियां करवा के भी इन्हां दे घरां दे विच अज मीटर नहीं है, अज बिजली नहीं हैगी है। जरा सोच के देखो मैडम, किसी आदमी दे शरीर दे अंदर जे दिल ना हो, सो घरां दा दिल भी जिहड़ा मीटर है मैडम, ये मीटर, ये पावर, ये बिजली। ਜੇ ਬਿਜਲੀ ਨਹੀਂ ਹੈਗੀ ਤਾਂ ਘਰ ਦੇ ਵਿੱਚ ਗਰਮੀ ਦੇ ਵਿੱਚ ਇਹਨਾਂ ਲੋਕਾਂ ਨੇ ਪਿਛਲੇ ਸਾਲ ਸੇ ਰਸੀਦਾਂ ਹੈ ਮੈਡਮ, ਆਹ ਦੇਖੋ ਇਹਨਾਂ ਦੇ ਹੱਥ ਵਿੱਚ ਰਸੀਦਾਂ ਵਾ, ਇਹਨਾਂ ਦੇ ਹੱਥ ਵਿੱਚ ਉਹ ਰਸੀਦਾਂ ਹੈਗੀਆਂ ਵਾ ਪਿਛਲੇ ਸਾਲ 6 ਮਹੀਨੇ ਤੋਂ, 1.5 ਸਾਲ ਤੋਂ, 2-2 ਸਾਲ ਤੋਂ ਲੋਕਾਂ ਨੇ ਸੋਚਿਆ ਸੀ ਕਿ ਬਦਲਾਵ ਆਏਗਾ, ਇਹ ਸਰਕਾਰ ਜਿਹੜੀ ਆਈ ਹੈਗੀ ਹੈ ਇਹ ਬਦਲਾਵ ਲੈ ਕੇ ਆਏਗੀ ਔਰ ਇਹਨਾਂ ਦਾ ਹੱਲ ਨਿਕਲੇਗਾ। ਪਿਛਲੀ ਸਰਕਾਰ ਦੇ ਟਾਈਮ ਤੋਂ ਇਹਨਾਂ ਦੇ ਕੋਲ ਰਸੀਦਾਂ ਹੈ, 6 ਮਹੀਨੇ ਤੋਂ ਰਸੀਦਾਂ ਹੈ, ਸਾਲ ਤੋਂ ਰਸੀਦਾਂ ਹੈ, 3 ਮਹੀਨੇ ਤੋਂ ਰਸੀਦਾਂ ਵਾ, ਲੇਕਿਨ ਇਹਨਾਂ ਦਾ ਹੱਲ ਨਹੀਂ ਨਿਕਲਿਆ। ਇਹਨਾਂ ਦੇ ਮਕਾਨ ਆਪਣੇ ਖਰੀਦੇ ਹੋਣ ਦੇ ਬਾਵਜੂਦ ਵੀ ਇਹ ਲੋਕ ਵਿਚਾਰੇ ਕਿਰਾਏ ਤੇ ਰਹਿੰਦੇ ਪਏ ਆ। ਇਹਨਾਂ ਦੇ ਬੱਚਿਆਂ ਨੂੰ ਸਟਰੀਟ ਲਾਈਟਾਂ ਤੇ ਸੜਕਾਂ ਤੇ ਪੜ੍ਹਨਾ ਪੈਂਦਾ ਪਿਆ ਵਾ। ਔਰ ਕੀ ਕਸੂਰ ਕੀ ਹੈ ਇਹਨਾਂ ਲੋਕਾਂ ਦਾ?
ਕੀ ਕਸੂਰ ਕੀ ਹੈ ਇਹਨਾਂ ਲੋਕਾਂ ਦਾ? ਮਕਾਨਾਂ ਦੀ ਰਜਿਸਟਰੀ ਕਰਵਾਉਣਾ ਇਹਨਾਂ ਦਾ ਕਸੂਰ ਹੈ? ਇਹਨਾਂ ਲੋਕਾਂ ਗਰੀਬਾਂ ਵਿਚਾਰਿਆਂ ਨੂੰ ਕੀ ਪਤਾ ਗਲਾਡਾ ਐਕਟ ਕੀ ਹੁੰਦਾ, ਕਾਰਪੋਰੇਸ਼ਨ ਐਕਟ ਕੀ ਪਤਾ ਇਹਨਾਂ ਲੋਕਾਂ ਨੂੰ? ਦੇਖੋ, ਗਲਤ ਕਰਦਾ ਤਾਂ ਕੋਲੋਨਾਈਜ਼ਰ ਕਰਦਾ, ਗਲਤ ਕਰਦਾ ਤਾਂ ਅਫਸਰ ਕਰਦਾ ਵਾ, ਲੇਕਿਨ ਇਹਨਾਂ ਲੋਕਾਂ ਦਾ ਕੀ ਕਸੂਰ ਹੈਗਾ? ਔਰ ਮੈਂ ਬੜਾ ਖੁਸ਼ ਹੋਇਆ ਸੀਗਾ ਜਦੋਂ 1 ਮਹੀਨਾ ਪਹਿਲਾਂ ਸਾਡੇ ਆਦਰਨੀय ਰਿਸਪੈਕਟਡ ਸੀਐਮ ਭਗਵੰਤ ਮਾਨ ਸਾਹਿਬ ਨੇ ਇਹ ਐਲਾਨ ਕੀਤਾ ਕਿ ਮੈਂ ਹੁਣ ਪੰਜਾਬ ਦੇ ਵਿੱਚ ਚਾਹੇ ਆਥੋਰਾਈਜ਼ਡ ਅਨਆਥੋਰਾਈਜ਼ਡ ਕਲੋਨੀਆਂ ਵਾ, ਉੱਥੇ ਮੈਂ ਬਿਜਲੀ ਮੀਟਰ ਖੋਲ੍ਹਦਾ ਪਿਆ ਵਾਂ। ਉੱਥੇ ਹੁਣ ਕੋਈ ਵੀ ਬੰਦਾ ਜਿਹੜਾ ਹੈਗਾ ਵਾ, ਖਾਸ ਕਰ ਮੇਰੇ ਪੰਜਾਬ ਦਾ ਨੌਜਵਾਨ, ਮੋਮਬੱਤੀ ਤੇ ਦੀਵਿਆਂ ਦੀ ਰੋਸ਼ਨੀ ਦੇ ਵਿੱਚ ਉਹਨਾਂ ਦਾ ਭਵਿੱਖ ਖਰਾਬ ਨਹੀਂ ਹੋਏਗਾ। ਉਹਨਾਂ ਨੂੰ ਪੜ੍ਹਨ ਵਾਸਤੇ ਰੋਸ਼ਨੀ ਕੀ ਕੀਮਤ ਹੈ, ਕੀ ਜ਼ਰੂਰਤ ਹੈ, ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀਗੀਆਂ। ਲੇਕਿਨ ਮਾਨ ਸਾਹਿਬ, ਅਫਸੋਸ ਮਾਨ ਸਾਹਿਬ, ਜਿਹੜਾ ਨੋਟੀਫਿਕੇਸ਼ਨ 24 ਘੰਟੇ 36 ਘੰਟਿਆਂ 'ਚ ਜਾਂ 1 ਹਫ਼ਤੇ 'ਚ ਜਾਰੀ ਹੋਣਾ ਚਾਹੀਦਾ, ਅੱਜ 1 ਮਹੀਨੇ ਤੋਂ ਉੱਤੇ ਹੋ ਚੁੱਕਿਆ ਮਾਨ ਸਾਹਿਬ, ਉਹ ਨੋਟੀਫਿਕੇਸ਼ਨ ਹਾਲੇ ਤੱਕ ਨਹੀਂ ਆਇਆ। ਅੱਜ ਕਈ ਵਾਰੀ ਬਿਜਲੀ ਬੋਰਡ ਦੇ ਦਫ਼ਤਰ ਇੱਥੇ ਆ ਕੇ ਅਸੀਂ ਅਫਸਰਾਂ ਨੂੰ ਪੁੱਛਿਆ ਕਿ ਬਾਈ ਜੀ ਕਦੋਂ ਮੀਟਰ ਲੱਗਣਗੇ ਤਾਂ ਉਹਨਾਂ ਨੇ ਕਹਿਣਾ ਸੀਗਾ ਕਿ ਬਾਈ ਜੀ ਇਹ ਸਾਡਾ ਮਸਲਾ ਨਹੀਂ ਹੈ, ਇਹ ਸਟੇਟ ਦਾ ਮਸਲਾ ਹੈ। ਜੇ ਸੀਐਮ ਸਾਹਿਬ ਨੇ ਖੁਦ ਐਲਾਨ ਕੀਤਾ ਹੋਵੇ ਔਰ 1 ਮਹੀਨੇ ਤੋਂ ਬਾਅਦ ਵੀ ਲੋਕਾਂ ਦੇ ਨੋਟੀਫਿਕੇਸ਼ਨ ਨਾ ਆਵੇ, ਲੋਕਾਂ ਦੇ ਮੀਟਰ ਨਾ ਲੱਗਣ, ਇਹਨਾਂ ਲੋਕਾਂ ਦੇ ਬੱਚੇ ਅੱਜ ਵੀ ਜਿਹੜੇ ਹੈਗੇ ਆ ਉਹ ਨੀਰਜ ਪੜ੍ਹਨ ਨੂੰ ਮਜਬੂਰ ਹੈਗੇ ਆ, ਤਾਂ ਸੋਚ ਕੇ ਦੇਖੋ ਉਹ ਜਿਹੜੇ ਮੋਮਬੱਤੀਆਂ ਦੀਵੇ ਦੀ ਰੋਸ਼ਨੀ ਪੜ੍ਹਦੇ ਪਏ ਆ, ਉਹ ਭਵਿੱਖ ਕਿੱਥੇ ਜਾਏਗਾ? ਉਹ ਪੰਜਾਬ ਦਾ ਫਿਊਚਰ ਕਿੱਥੇ ਜਾਏਗਾ? ਕੀ ਉਹ ਆਉਣ ਵਾਲੇ ਟਾਈਮ ਡਾਕਟਰ, ਇੰਜੀਨੀਅਰ, ਅਫਸਰ ਬਣ ਪਾਉਣਗੇ? ਉਸ ਤੋਂ ਇਲਾਵਾ ਤੁਸੀਂ ਸੋਚ ਕੇ ਦੇਖੋ ਕਿ ਇਹਨਾਂ ਦੇ ਘਰਾਂ ਦੇ ਵਿੱਚ, ਮਾਨ ਸਾਹਿਬ ਮੇਰੇ ਖਿਆਲ ਨਾਲ ਮਹੀਨਾ ਵੀ ਨਹੀਂ ਰਹਿ ਗਿਆ ਦੀਵਾਲੀ ਨੂੰ, ਮਾਨ ਸਾਹਿਬ ਇਹਨਾਂ ਸੋਚਿਆ ਹੋਏਗਾ ਨਾ ਗਰੀਬਾਂ ਨੇ ਕਿ ਇਸ ਸਾਲ ਅਸੀਂ ਆਪਣੀ ਦੀਵਾਲੀ ਜਿਹੜੀ ਹੈਗੀ ਆਪਣੇ ਘਰਾਂ 'ਚ ਮਨਾਵਾਂਗੇ, ਰੌਸ਼ਨੀ 'ਚ ਮਨਾਵਾਂਗੇ। ਲੇਕਿਨ ਮਾਨ ਸਾਹਿਬ ਇਹ ਮਜਬੂਰ ਹੈ। ਮਾਨ ਸਾਹਿਬ ਜੇ ਇੱਕ ਨੋਟੀਫਿਕੇਸ਼ਨ ਨੂੰ ਮਹੀਨਾ ਲੱਗੇਗਾ ਤਾਂ ਮਾਨ ਸਾਹਿਬ ਹੋਰ ਵੱਡੇ ਕੰਮਾਂ ਨੂੰ, ਪੰਜਾਬ ਦੀ ਡਿਵੈਲਪਮੈਂਟ ਲਈ, ਤਰੱਕੀ ਲਈ, ਮਾਨ ਸਾਹਿਬ ਕਿੰਨਾ ਟਾਈਮ ਲੱਗੇਗਾ? ਮਾਨ ਸਾਹਿਬ ਅੱਜ ਇਹ ਲੋਕ ਮਜਬੂਰ ਹੈ। ਮਾਨ ਸਾਹਿਬ ਅੱਜ ਇਹ ਮਸਲਾ ਸਿਰਫ ਲੁਧਿਆਣੇ ਦਾ ਨਹੀਂ, ਮਾਨ ਸਾਹਿਬ ਇਹ ਮਸਲਾ ਪੂਰੇ ਪੰਜਾਬ ਦਾ ਹੈ। ਮਾਨ ਸਾਹਿਬ ਉਹ ਰੇਹੜੀ ਚਲਾਉਣ ਵਾਲਾ, ਉਹ ਆਟੋ ਚਲਾਉਣ ਵਾਲਾ, ਮਾਨ ਸਾਹਿਬ ਉਹ ਗਰੀਬ ਫੈਕਟਰੀ 'ਚ ਕੰਮ ਕਰਨ ਵਾਲਾ, ਮਾਨ ਸਾਹਿਬ ਉਹ ਘਰ ਦੇ ਵਿੱਚ ਝਾੜੂ ਪੋਚਾ ਮਾਰਨ ਵਾਲੀ, ਮਾਨ ਸਾਹਿਬ ਇਹ ਹਰ ਉਸ ਆਦਮੀ ਦਾ ਮਸਲਾ ਹੈ ਜਿਨ੍ਹਾਂ ਨੇ ਇਹ ਸਰਕਾਰ ਨੂੰ ਵੋਟਾਂ ਪਾਈਆਂ। ਮਾਨ ਸਾਹਿਬ ਇਹ ਸਰਕਾਰ ਨੂੰ ਵੋਟਾਂ ਪਾਈਆਂ। ਮਾਨ ਸਾਹਿਬ ਇਹ ਮੰਗਦੇ ਕੀ ਪਏ ਆ ਗਰੀਬ? ਮਾਨ ਸਾਹਿਬ ਇਸ ਸੰਵਿਧਾਨ ਦੇ ਵਿੱਚ ਜੋ ਉਹਨਾਂ ਦਾ ਹੱਕ ਬਣਦਾ ਪਿਆ ਵਾ, ਪਾਣੀ ਤੇ ਬਿਜਲੀ, ਉਹ ਬਿਜਲੀ ਮੰਗਦੇ ਪਏ ਆ। ਮਾਨ ਸਾਹਿਬ ਤੁਸੀਂ ਖੁਦ ਕਿਹਾ ਕਿ ਇਹ ਗਰੀਬ 25 ਗਜ 30 ਗਜ 40 ਗਜ ਵਾਲੇ ਕਿਹੜਾ 600 ਯੂਨਿਟ ਬਾਲ ਲੈਣਗੇ? 600 ਯੂਨਿਟ ਤੱਕ ਵੈਸੇ ਹੀ ਮਾਫ ਹੈ। ਤਾਂ ਮਾਨ ਸਾਹਿਬ ਕਿਉਂ ਅੱਜ ਤੁਹਾਡੇ ਐਲਾਨ ਕਰਨ ਤੋਂ ਬਾਅਦ ਵੀ 1 ਮਹੀਨੇ ਬਾਅਦ ਵੀ ਮੀਟਰ ਇਹਨਾਂ ਦੇ ਘਰਾਂ ਦੇ ਵਿੱਚ ਕਿਉਂ ਨਹੀਂ ਲੱਗਦਾ ਪਿਆ? ਮਾਨ ਸਾਹਿਬ ਕਦੋਂ ਆਵੇਗਾ ਨੋਟੀਫਿਕੇਸ਼ਨ? ਅੱਜ ਹਰ ਇੱਕ ਆਦਮੀ ਦੀ, ਇਹਨਾਂ ਦੇ ਚਿਹਰੇ ਦੀ, ਹਰ ਇੱਕ ਆਦਮੀ ਦੀ ਇਹੀ ਆਪਣੇ ਸੀਐਮ ਅੱਗੇ ਦਰਖਾਸਤ ਹੈ ਔਰ ਇਹੀ ਹਰ ਇੱਕ ਆਦਮੀ ਪੁੱਛਦਾ ਪਿਆ ਵਾ ਪੰਜਾਬ ਦਾ ਕਿ ਕਦੋਂ ਗਰੀਬਾਂ ਦੇ ਘਰ ਦੇ ਵਿੱਚ ਇਹ ਮੀਟਰ ਲੱਗਣਗੇ ਤੇ ਨੋਟੀਫਿਕੇਸ਼ਨ ਜਾਰੀ ਹੋਵੇਗਾ। ਤਾਂ ਤੁਸੀਂ ਦੇਖਿਆ ਕਿੰਨੀਆਂ ਪਰੇਸ਼ਾਨੀਆਂ ਇਹਨਾਂ ਲੋਕਾਂ ਨੂੰ ਆਉਂਦੀਆਂ ਨੇ। ਸਮਾਰਟ ਮੀਟਰ ਲੋਕਾਂ ਦੇ ਘਰਾਂ ਵਿੱਚ ਲੱਗੀ ਜਾ ਰਹੇ ਨੇ, ਪਰ ਇਹਨਾਂ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਹਾਲੇ ਤੱਕ ਮੀਟਰ ਜਿਹੜੇ ਨਹੀਂ ਲੱਗੇ ਤੇ ਉਹਨਾਂ ਨੂੰ ਕਾਫੀ ਸਮੱਸਿਆਵਾਂ ਜਿਹੜੀਆਂ ਹੋ ਰਹੀਆਂ ਨੇ। ਬੱਚਿਆਂ ਨੂੰ ਪੜ੍ਹਾਈ ਕਰਨ ਦੇ ਵਿੱਚ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ ਤੇ ਇਸ ਦੇ ਨਾਲ ਹੀ ਦੀਵਾਲੀ ਆਉਣ ਵਾਲੀ ਹੈ ਤੇ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਰੋਸ਼ਨੀ ਹੀ ਨਹੀਂ ਹੋਏਗੀ, ਤਾਂ ਕਿੰਨਾ ਹੀ ਔਖਾ ਹੈ ਇੱਦਾਂ ਦੇ ਘਰਾਂ ਦੇ ਵਿੱਚ ਰਹਿਣਾ। ਤੁਹਾਡਾ ਇਸ 'ਤੇ ਕੀ ਕਹਿਣਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਤੇ ਹੋਰ ਅਪਡੇਟਸ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਦਮਨਜੋਤ, ਕੈਮਰਾਮੈਨ ਪ੍ਰਿੰਸ ਦੇ ਨਾਲ।